1995 ਦੇ ਵਿੱਚ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ 6 ਸਤੰਬਰ ਨੂੰ ਤਿੰਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਬੜਾ ਅਫਸੋਸ ਹੁੰਦਾ ਹੈ ਜਦੋਂ ਉਸ ਮਹਾਨ ਯੋਧੇ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਤੋਂ ਉਹ ਖੜੇ ਹੁੰਦੇ ਨੇ। ਅਸੀਂ ਹਾਂ ਆਪਣੇ ਰਿਸ਼ਤੇਦਾਰ ਨੇ ਗਾਂ ਦੀ ਗਾਂ, ਜਦੋਂ ਉਹ ਬੀਬੀ ਉੱਥੋਂ ਖੜੀ ਹੁੰਦੀ ਹੈ ਭਾਵ ਵੋਟਾਂ ਦੇ ਵਿੱਚ, ਚਾਹੀਦਾ ਤੇ ਇਹ ਸੀ ਕਿ ਭੈਣ ਜੀ ਬੀਬੀ ਜੀ ਸ਼ਹੀਦ ਦੀ ਪਤਨੀ ਹੈ, ਤੂੰ ਘਰੇ ਬੈਠ, ਤੈਨੂੰ ਘਰੇ ਬੈਠੀ ਨੂੰ ਅਸੀਂ ਜਿਤਾ ਦਿੰਦੇ ਹਾਂ। ਪਰ ਉਸ ਮਹਾਨ ਬੀਬੀ ਨੂੰ, ਸ਼ਹੀਦ ਦੀ ਪਤਨੀ ਨੂੰ, ਸਾਡੀ ਕੌਮ ਨੇ ਹੀ ਇੰਜ ਕਹਿ ਲਓ ਉਸ ਸ਼ਹਾਦਤ ਨੂੰ, ਸ਼ਹੀਦ ਦੀਆਂ ਵਿਚਾਰਾਂ ਨੂੰ, ਫਲਸਫੇ ਨੂੰ ਅਸੀਂ ਖੁਦ ਰੋਲਿਆ। ਬਾਅਦ ਵਿੱਚ ਜਕਾਰੇ ਛੱਡ ਲਓ, ਜੋ ਮਰਜ਼ੀ ਕਹਿ ਲਓ, ਉਹ ਇੱਕ ਵੱਖਰੀ ਗੱਲ ਹੈ। ਉਹ ਕੌਣ ਲੋਕ ਨੇ, ਅਕਸਰ ਕਿਹੜੇ ਬੰਦੇ ਨੇ ਜਿਹੜੇ ਉਸ ਬੀਬੀ ਨੂੰ ਹਰਾਉਣ ਦੇ ਹੱਕ ਵਿੱਚ ਨੇ, ਤੇ ਉੱਥੋਂ ਦਾ ਜਿਹੜਾ ਕੋਈ ਕਾਂਗਰਸੀ ਲੀਡਰ ਸੀ, ਪਤਾ ਨਹੀਂ ਕੌਣ, ਰੱਬ ਜਾਣੇ, ਤੇ ਉਹਨੂੰ ਅਸੀਂ ਜਿਤਾ ਦਿੱਤਾ। ਉਹਦੇ ਪਿੱਛੇ ਢੋਲ ਢਮੱਕੇ ਵਜਾਏ, ਜਿੰਦਾਬਾਦ ਵੀ ਆਖਿਆ, ਤੇ ਉਦੋਂ ਸਾਡੀ ਆਤਮਾ ਰੋਈ ਨਹੀਂ, ਅਸੀਂ ਉਦੋਂ ਕੁਰਲਾਏ ਨਹੀਂ ਕਿ ਇੱਕ ਸ਼ਹੀਦ ਦੀ ਪਤਨੀ ਨੂੰ ਅਸੀਂ ਹਰਾ ਦਿੱਤਾ। ਉਹ ਵੀ ਵੋਟਾਂ ਵਿੱਚ ਖੜੀ ਇੱਕ ਸ਼ਹੀਦ ਦੀ ਪਤਨੀ ਤੁਹਾਡੇ ਘਰ ਘਰ ਜਾਵੇ, ਤੁਹਾਡੇ ਅੱਗੇ ਹੱਥ ਬੰਨੇ ਕਿ ਤੁਸੀਂ ਮੈਨੂੰ ਵੋਟ ਪਾਓ। ਉਹਨੇ ਜਿੱਤ ਇਸ ਵਾਸਤੇ ਨਹੀਂ ਸੀ ਲੈਣੀ ਕਿ ਮੈਂ ਜਿੱਤਾਂ ਜਾਂ ਕੋਈ MLA MP ਬਣਾ ਤੇ ਮੈਂ ਰਾਜ ਕਰਾਂ, ਪੀੜ੍ਹੀ ਦਰ ਪੀੜ੍ਹੀ ਸਾਡਾ ਰਾਜ ਚੱਲੇ, ਨਹੀਂ। ਉਹਦਾ ਮਤਲਬ ਇਹ ਸੀ ਕਿ ਮੈਂ ਇਹ ਜਿੱਤ ਕੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸਿੱਖਾਂ ਦੀ ਤੇ ਆਪਣੇ ਸਿੱਖ ਕੌਮ ਦੇ ਯੋਧਿਆਂ ਦੀ, ਜਿਨ੍ਹਾਂ ਨੂੰ ਕੋਹ ਕੇ ਮਾਰਿਆ, ਤੇ ਉਹਨਾਂ ਦੇ ਬਾਬਤ ਮੈਂ ਉੱਥੇ ਗੱਲ ਕਰ ਸਕਾਂ। ਤੁਹਾਨੂੰ ਹੀ ਇਨਸਾਫ ਦਿਵਾਉਣ ਦੇ ਵਾਸਤੇ ਉਹ ਬੀਬੀ ਵੋਟਾਂ ਵਿੱਚ ਖੜੀ ਹੋਈ ਸੀ, ਤੇ ਜਿਹਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਹਰਾਇਆ ਗਿਆ। ਤੇ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਸਾਡੇ ਵੀ ਵੱਸ ਦੀ ਗੱਲ ਨਹੀਂ, ਤੇ ਫਿਰ ਬਾਪੂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵੀ ਤੇ ਝੂਠੀ ਪਏਗੀ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਜਿਹੜੇ ਸਿਰੇ ਦੇ ਗੁੰਡੇ, ਜਿਹੜੇ ਸਿਰੇ ਦੇ, ਹੁਣ ਮੈਂ ਲਫ਼ਜ਼ ਕੀ ਵਰਤਾਂ, ਗੁਰਬਾਣੀ ਵਿੱਚ ਵੀ ਲਿਖੇ ਨੇ, ਪਰ ਜੇ ਮੈਂ ਵਰਤਾਂਗਾ ਕਈ ਫਿਰ ਮੱਥੇ ਤਿਉੜੀਆਂ ਜੀਆਂ ਪਾਉਂਦੇ ਨੇ, ਪਰ ਗੁਰਬਾਣੀ ਵਿੱਚ ਲਿਖਿਆ ਹੋਇਆ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ। ਕਿੰਨੇ ਕਰੜੇ ਬੋਲ ਨੇ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਸੱਚ ਹੈ ਕਿ ਗੁਰੂ ਨਾਨਕ ਦੇ ਬੋਲ ਵੀ ਤੇ ਸੱਚ ਹੋਣੇ ਸੀ ਵੀ ਸ਼ਰਮ, ਜਿੱਥੇ ਸ਼ਰਮ ਨਹੀਂ ਉੱਥੇ ਧਰਮ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਜਿਹੜੇ ਸਿਰੇ ਦੇ ਝੂਠੇ ਐਨ, ਜਿਨ੍ਹਾਂ ਦੀ ਇੰਜ ਕਹਿ ਲਓ ਮਾਂ ਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ, ਉਹਨਾਂ ਲੋਕਾਂ ਨੂੰ ਤਖਤਾਂ ਤੇ ਬਿਠਾਉਣ ਵਾਲੇ ਅਸੀਂ। ਇਹ ਬਾਣੀ ਕਹਿ ਰਹੀ ਵੀ ਕੂੜ ਫਿਰੈ ਪ੍ਰਧਾਨ ਵੇ ਲਾਲੋ। ਜਿਹੜੇ ਝੂਠੇ ਬੰਦੇ ਨੇ ਉਹ ਆਗੂ ਨੇ, ਭਾਵ ਉਹ ਮੋਹਤਵਾਰ ਨੇ, ਬਾਣੀ ਕਹਿ ਰਹੀ ਹੈ, ਮੈਂ ਨਹੀਂ। ਸ਼ਰਮ ਧਰਮ, ਇਹ ਗੱਲ ਕਿੱਥੇ ਕਹੀ ਗੁਰੂ ਨਾਨਕ ਸਾਹਿਬ ਨੇ। ਐਮਨਾਬਾਦ ਦੀ ਧਰਤੀ ਤੇ ਇੱਕ ਪਾਸੇ ਮਲਕ ਭਾਗੋ ਹੰਕਾਰੀ ਹੈ, ਇੱਕ ਬੰਨੇ ਭਾਈ ਲਾਲੋ ਤਰਖਾਣ ਝੁੱਗੀ ਵਿੱਚ ਬੈਠਾ, ਰੁੱਖੀ ਸੁੱਖੀ ਮਿੱਸੀ ਜਿੱਦਾਂ ਦੀ ਵੀ ਇਹ ਖਾ ਲੈਂਦਾ ਹੈ, ਰੱਬ ਰੱਬ ਕਰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਉਸ ਭਾਈ ਲਾਲੋ ਦੇ ਘਰ ਗਏ, ਇਤਿਹਾਸ ਕਹਿੰਦਾ 1 ਮਹੀਨਾ ਰਹੇ, ਤੇ ਭਾਈ ਸਾਹਿਬ ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਸ ਸ਼ਬਦ ਵਿੱਚ 7 ਵਾਰੀ ਆਇਆ ਹੈ। ਆ ਦੀਵਾਲੀ ਲੰਘ ਲੈਣ ਦਿਓ, ਸਾਡੇ ਸਿੱਖ ਵਿਸ਼ਕਰਮਾ ਡੇ ਮਨਾਉਣਗੇ, ਭਾਈ ਲਾਲੋ ਦਾ ਦਿਨ ਨਹੀਂ, ਭਾਈ ਲਾਲੋ ਦਾ। ਇੱਕ ਜਗ੍ਹਾ ਮੈਂ ਕਥਾ ਕੀਤੀ, ਕਹਿੰਦਾ ਬਾਬੇ ਐਦਾਂ ਨਾ ਆਖਿਆ ਕਰ, ਕਹਿੰਦੇ ਇਹਨਾਂ ਨੇ ਤੈਨੂੰ ਵੀ ਫੜ ਲੈਣਾ ਹੈ, ਤੈਨੂੰ ਵੀ ਕਹਿੰਦੇ ਕੁੱਟਣਗੇ। ਮੈਂ ਕੁੱਟਣ ਦੇ ਨਾਲ ਕਦੇ ਸੱਚ ਝੂਠ ਵਿੱਚ ਨਹੀਂ ਤਬਦੀਲ ਹੁੰਦਾ, ਸੱਚ ਸੱਚ ਹੀ ਰਹਿਣਾ ਹੈ। ਕਿ ਭਾਈ ਲਾਲੋ ਦਾ ਪੂਰੇ ਵਿਸ਼ਵ ਪੱਧਰ ਦੇ ਉੱਪਰ ਕਿਸੇ ਨੇ ਅੱਜ ਤੱਕ ਕੋਈ ਮਹਾਨ ਵੱਡਾ ਸਮਾਗਮ ਕੀਤਾ? ਬਿਲਕੁਲ ਨਹੀਂ। ਜਿਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਨਿਵਾਜਿਆ ਹੋਇਆ, ਤੇ ਜਿਸ ਦੇ ਕੋਲ ਬਹਿ ਕੇ, ਝੁੱਗੀ ਵਿੱਚ ਬਹਿ ਕੇ ਗੁਰੂ ਨਾਨਕ ਪਾਤਸ਼ਾਹ ਆਹ ਸ਼ਬਦ ਉਚਾਰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਦੇਖਿਆ ਸੀ ਉਹ ਸਮਾਂ ਕਿ ਐਮਨਾਬਾਦ ਦੀ ਧਰਤੀ ਤੇ ਮਲਕ ਭਾਗੋ ਕਿਵੇਂ ਜ਼ੁਲਮ ਤੇ ਅਤਿਆਚਾਰ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਉਸੇ ਸ਼ਹਿਰ ਵਿੱਚ ਜਾ ਕੇ ਐਡੀ ਵੱਡੀ ਗੱਲ ਕਹਿਣੀ, ਜੇ ਡਰਨਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਵੀ ਚੁੱਪ ਕਰ ਜਾਂਦੇ ਵੀ ਜੇ ਮੈਂ ਇਹ ਗੱਲ ਕਹੀ ਕਿ ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਿਤੇ ਮਲਕ ਭਾਗੋ ਹੀ ਕਹਿੰਦੇ ਆ ਕੇ ਕੋਈ
सानू पकड़ के ना लै जे, किते लड़ाई झगड़ा ना करे। दरअसल गुरु नानक देव सच्चे पातशाह गए ही उन्हां लोकां कोल ने जिहड़े सिरे दे बिगड़े हुए सन, जिहड़े लोग कोई संत महापुरुष गुरमुख जन बाणी पढ़न वाले गुरु बाबा जी मैनू नहीं लगता भी उन्हां कोल गए होण, क्योंकि वो तो अपना काम कर ही रहे ने। क्योंकि जिहड़े सिरे दे चोर डाकू भूमिया चोर वली कंधारी हमजा गौस नूर शाह जादूगरनियां वर्गियां ते कौडा राख सज्जन ठग, ये कौन सन? ये कोई महात्मा थोड़ी सन, ये कोई भजनीक लोग थोड़ी सन। पर जे इन्हां कोल गुरु बाबा जी नहीं जाणगे तां फिर इन्हां कोल जाएगा कौन? ते गुरु नानक पातशाह जी इन्हां कल्ले कल्ले दे कोल गए ते इन्हां दे जीवन दे विच क्रांति लिआंदी, ਜਿਹੜੇ ਵੇਖਣ ਨੂੰ ਬਾਹਰੋਂ ਧਾਰਮਿਕ ਸਨ। ਕਿਉਂਕਿ ਅੱਜ ਸ਼ਬਦ ਵੀ ਇਹੀ ਆਇਆ। ਆਨੰਦ ਸਾਹਿਬ ਦੀ ਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ, ਗੁਰੂ ਅਮਰਦਾਸ ਸਾਹਿਬ ਜੀ ਦੀ, ਜੀਓ ਮੈਲੇ ਬਾਹਰੋਂ ਨਿਰਮਲ। ਗੁਰੂ ਨਾਨਕ ਸਾਹਿਬ ਨੇ ਦੇਖਿਆ ਸੱਜਣ ਠੱਗ ਹੈ ਨੇ ਜਿਹੜਾ, ਬਾਹਰੋਂ ਤਾਂ ਬੜਾ ਨਿਰਮਲ, ਨਿਰਮਲ ਦੇ ਅਰਥ ਨੇ ਧਾਰਮਿਕ, ਬਾਹਰੋਂ ਤਾਂ ਬਹੁਤ ਧਾਰਮਿਕ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਵੀ ਜਿਹੜਾ ਗੁਰਦੁਆਰੇ ਸੋਹਣੇ ਕੱਪੜੇ ਪਾ ਕੇ ਆ ਜੇ, ਐਨ ਬੂਟ ਪਾ ਕੇ, ਉਹਨੂੰ ਥੋੜ੍ਹੀ ਆਪਾਂ ਸਿੱਖ ਕਹਿੰਦੇ ਹਾਂ। ਉਹ ਸਿੱਖ ਥੋੜੀ ਹੈ। ਆਪਾਂ ਉਹਨੂੰ ਕਵਾਂਗੇ ਜਿਹੜਾ ਘਰੋਂ ਨੰਗੇ ਪੈਰੀ ਆਵੇ, ਖਿਮਾ ਕਰਿਓ ਮੈਨੂੰ, ਗੁਰੂ ਦੀ ਗੱਲ ਹੈ ਹੁਣ ਕਹਿਣੀ ਪਏਗੀ, ਜਿਹੜਾ ਨੰਗੇ ਪੈਰੀ ਆਵੇ, ਉਹੀ ਲਿਟਦਾ ਆਵੇ, ਗੱਡੀ 'ਚ ਵੀ ਨਾ ਆਵੇ। ਆਹ ਨੇ ਮਹਾਂਪੁਰਸ਼। ਬਾਣੀ ਵਿੱਚ ਕੀ ਲਿਖਿਆ? ਪੜ੍ਹੋ ਬਾਣੀ। ਪਾਤਸ਼ਾਹ ਕਹਿੰਦੇ ਕਿੰਨੀਆਂ ਉਦਾਹਰਨਾਂ ਨੇ। ਬਸਤਰ ਨਾ ਪਹਿਰੈ, ਭਾਵ ਕੱਪੜੇ ਨਹੀਂ ਪਾਉਂਦਾ। ਕਿ ਕੱਪੜੇ ਨਾ ਪਾਉਣ ਕਰਕੇ ਕੋਈ ਸੰਤ ਹੋ ਸਕਦਾ ਹੈ? कि कपड़े ना पाउण करके कि किसी नूं ये पदवी मिल सकती है? आसा जी दी वार दे बचन ने। बस्तर ना पैरै ऐनस कहरै मोन बगूता, क्यों जागै गुर बिन सूता। गुरु तो बिना किवें जाग आएगी। पग उप्पे ताना अपना किया कमाना, भाव सिर ठा नूं कर लिया, लत्तां दरख्तां नाल लमका लियां, बाबा जी कर रहे ने भजन बंदगी। बाणी कह रही है ਇਹ ਜਦੋਂ ਬਚਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਦੇ ਮੁਹੱਲੇ ਵਿੱਚ, ਉਹਨਾਂ ਲੋਕਾਂ ਦੇ ਕੋਲ ਜਾ ਕੇ ਕਹੇ ਹੋਣਗੇ, ਕਦੀ ਮਹਿਸੂਸ ਕਰੋ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਕਿੰਨੀਆਂ ਮੁਸੀਬਤਾਂ ਦਾ। ਜਿੱਥੇ ਜਾ ਜਾ ਕੇ ਗੁਰੂ ਪਾਤਸ਼ਾਹ ਨੇ ਕਿਹਾ, ਬੇਨਤੀ ਕਰ ਰਹੇ ਸੀ ਕਿ ਸੱਜਣ ਠੱਗ ਬਾਹਰੋਂ ਨਿਰਮਲ ਭਾਵ ਧਾਰਮਿਕ ਦਿਖਾਈ ਦੇ ਰਿਹਾ ਸੀ, ਮਲਕ ਭਾਗੋ ਵੀ ਬਾਹਰੋਂ ਨਿਰਮਲ ਧਾਰਮਿਕ ਦਿਖਾਈ ਦੇ ਰਿਹਾ ਸੀ, ਪਰ ਭਾਈ ਲਾਲੋ ਬਾਹਰੋਂ ਕੋਈ ਧਾਰਮਿਕ ਨਹੀਂ ਸੀ। ਇੱਕ ਝੂੰਪੜੀ ਜੀ ਦੇ ਵਿੱਚ ਬੈਠਾ, ਜਦੋਂ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਬੈਠਾ, 2-4 ਉਹਦੇ ਕੋਲ ਲੱਕੜਾਂ